ਅਕਾਲੀ ਦਲ ਜਿਹੜੀ ਸਰਕਾਰ ਹੈਗੀ ਆ, ਅਕਾਲੀ ਸਰਕਾਰ ਜਿਹੜੀ ਪੰਜਾਬ ਦੀ ਹੈਗੀ ਆ, ਸੁਖਬੀਰ ਬਾਦਲ ਹੋਣੀ ਆ, ਇਹ ਦੇ ਆਰ ਸ਼ੈਡਿੰਗ ਕ੍ਰੋਕੋਡਾਈਲ ਟੇਅਰਸ, ਮਗਰਮੱਛ ਤੇ ਹੰਝੂ ਬਹਾ ਰਹੇ ਆ। ਜਿਹੜੀ ਹਰਸਿਮਰਤ ਬਾਦਲ ਹੈ ਉਹਨੇ ਅਸਤੀਫਾ ਦੇ ਦਿੱਤਾ। ਚੰਗਾ ਤਾਂ ਇਹ ਹੁੰਦਾ ਉਹ ਆਪਣੀ ਐਮਪੀਸ਼ਿਪ ਤੋਂ ਵੀ ਅਸਤੀਫਾ ਦੇ ਦਿੰਦੀ, ਨਾਲ ਉਹਦਾ ਘਰ ਵਾਲਾ ਦਿੰਦਾ। ਬਹੁਤ ਸਾਲਾਂ ਬਾਅਦ ਬੀਜੇਪੀ ਜਿਹੜੀ ਆ ਸੱਤਾ 'ਚ ਆਈ ਆ, ਹੁਣ ਜੇ ਆਈ ਆ ਤਾਂ ਉਹ ਆਪਣਾ ਢਿੱਡ ਭਰਨਾ ਚਾਹੁੰਦੀ ਆ। ਸਾਂਝਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਭਿਨਵ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਆਪਾਂ ਖੜੇ ਹਾਂ ਪੀਏਪੀ ਪੁਲ ਦੇ ਥੱਲੇ, ਜਿੱਥੇ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕਿਸਾਨਾਂ ਦੇ ਹਿੱਤ ਵਿੱਚ ਇੱਕ ਧਰਨਾ ਲਗਾਇਆ ਹੋਇਆ ਹੈ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਭਾਈ ਆਹ ਧਰਨਾ ਕਿਸ ਪਰਪਸ ਲਈ ਲਾਇਆ ਹੋਇਆ? ਦੇਖੋ, ਤੁਹਾਨੂੰ ਪਤਾ ਹੋਣਾ ਕਿ ਕੱਲ੍ਹ ਨੂੰ 25 ਤਰੀਕ ਨੂੰ ਕਿਸਾਨਾਂ ਵੱਲੋਂ ਚੱਕਾ ਜਾਮ ਹੋ ਰਿਹਾ ਪੰਜਾਬ ਦੇ ਵਿੱਚ। ਠੀਕ ਹੈ, ਜਿਹੜਾ ਆਰਡੀਨੈਂਸ ਬੀਜੇਪੀ ਸਰਕਾਰ ਨੇ ਲੋਕ ਸਭਾ ਦੇ ਵਿੱਚ ਪਾਸ ਕੀਤਾ ਤੇ ਰਾਜ ਸਭਾ 'ਚ ਜਿਹੜੇ ਗਲਤ ਤਰੀਕੇ ਨਾਲ ਦਾਦਰਸ਼ਾਹੀ ਤਰੀਕੇ ਨਾਲ ਕੀਤਾ, ਤੁਸੀਂ ਮੀਡੀਆ ਵਾਲੇ ਹੋ, ਤੁਹਾਨੂੰ ਪਤਾ ਕਿ ਜਿਹੜਾ ਮੀਡੀਆ ਆਫ ਕਰ ਦਿੱਤਾ ਗਿਆ ਔਰ ਜੋ ਧੱਕਾ ਮੁੱਕੀ ਹੋਈ ਆ, ਡਿਵੀਜ਼ਨ ਆਫ ਵੋਟ ਨਹੀਂ ਹੋਣ ਦਿੱਤੀ ਗਈ ਔਰ ਜਿਹੜਾ ਬਿੱਲ ਹੈ ਅਲਟੀਮੇਟਲੀ ਪ੍ਰੈਜ਼ੀਡੈਂਟ ਕੋਲ ਚਲੇ ਗਿਆ। ਸੋ ਹੁਣ ਕਿਸਾਨ ਜਥੇਬੰਦੀਆਂ ਜਿਹੜੀਆਂ ਪਿਛਲੇ ਬਹੁਤ ਸਮੇਂ ਤੋਂ ਸੰਘਰਸ਼ ਕਰ ਰਹੀਆਂ ਇਸ ਬਿੱਲ ਦੇ ਅਗੇਂਸਟ ਕਿ ਵੀ ਨਾ ਆਵੇ। ਸੋ ਆਮ ਆਦਮੀ ਪਾਰਟੀ ਪਿਛਲੇ 6 ਮਹੀਨੇ 8 ਮਹੀਨੇ ਤੋਂ ਅਸੀਂ ਕਿਸਾਨਾਂ ਦੀਆਂ ਮੰਗਾਂ ਲੈ ਕੇ ਅਸੀਂ ਮੌਕੇ ਦੇ ਉੱਤੇ ਅਸੀਂ ਸੰਘਰਸ਼ ਕਿਸਾਨਾਂ ਦੇ ਨਾਲ ਕਰਦੇ ਰਹੇ ਹਾਂ। ਅੱਜ ਦਾ ਜਿਹੜਾ ਸਾਡਾ ਇਹ ਜਿਹੜਾ ਚੇਨ ਹੈਗੀ ਆ, ਅਸੀਂ ਕੜੀ ਬਣਾਈ 117 ਹਲਕਿਆਂ 'ਚ ਪੰਜਾਬ ਦਿਆਂ 'ਚ, ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਤਖਤੀਆਂ ਲੈ ਕੇ ਖੜੇ ਆ ਕਿਸਾਨਾਂ ਦੇ ਫੇਵਰ 'ਚ। ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਕੱਲ੍ਹ ਦਾ ਜਿਹੜਾ ਬੰਦ ਆ ਉਹਨੂੰ ਕਾਮਯਾਬ ਕਰੋ ਔਰ ਕਿਸਾਨਾਂ ਦੀ ਜਿਹੜੀ ਮਜਬੂਰੀ ਆ, ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋ ਰਹੀ ਆ ਔਰ ਇਸ ਬਿੱਲ ਦੇ ਨਾਲ ਹੋਣ ਜਾ ਰਹੀ ਆ, ਉਹਦੇ ਲਈ ਜਾਗਰੂਕ ਕਰਨ ਲਈ ਅਸੀਂ ਇੱਥੇ ਅੱਜ ਇਕੱਠੇ ਹੋਏ ਆ। ਜਿਹੜਾ ਐਕਟ ਜਦੋਂ ਇਹ ਬਣ ਜਾਂਦਾ ਆ, ਇਹਦੇ 'ਚ ਦੇਖੋ ਆਉਣ ਵਾਲੇ ਟਾਈਮ ਦੇ ਵਿੱਚ ਮਿਨੀਮਮ ਸਪੋਰਟ ਪ੍ਰਾਈਸ ਦੇ ਬਾਰੇ ਕੋਈ ਮੈਂਸ਼ਨ ਨਹੀਂ ਕੀਤਾ ਗਿਆ। ਕਿਸਾਨ ਵਿਚਾਰੇ ਜਿਹੜੇ ਇਸ ਵੇਲੇ ਵੀ 23 ਜਿਣਸਾਂ ਦੇ ਉੱਤੇ ਮਿਨੀਮਮ ਸਪੋਰਟ ਪ੍ਰਾਈਸ ਆ, ਪਰ ਝੋਨੇ ਔਰ ਕਣਕ ਨੂੰ ਪੰਜਾਬ ਦੇ ਵਿੱਚ ਛੱਡ ਕੇ ਹੋਰ ਬਾਕੀ ਜਿਣਸਾਂ ਜਿਹੜੀਆਂ ਉਹਨਾਂ ਨੂੰ ਬਹੁਤ ਸਸਤੇ ਭਾਵਾਂ 'ਤੇ ਵੇਚਣੀਆਂ ਪੈ ਰਹੀਆਂ, ਜਿਹੜੀ ਬਹੁਤ ਮਾੜੀ ਗੱਲ ਆ। ਔਰ ਕਿਸਾਨ ਇਸ ਬਿੱਲ ਦੇ ਸਟੇਕ ਹੋਲਡਰਸ ਆ। ਕੀ ਕਿਸਾਨ ਜਥੇਬੰਦੀਆਂ ਨੂੰ ਇਹਦੇ 'ਚ ਕੌਨਫੀਡੈਂਸ 'ਚ ਲਿਆ ਗਿਆ? ਕਾਂਗਰਸ ਪੰਜਾਬ ਨੇ ਆਪਣਾ ਪੱਖ ਬਹੁਤ ਚੰਗੀ ਤਰ੍ਹਾਂ ਨਹੀਂ ਨਿਭਾਇਆ, ਕਿਉਂਕਿ ਕੈਪਟਨ ਸਾਹਿਬ ਨੂੰ ਜਦੋਂ ਦਿੱਲੀ ਦੇ ਵਿੱਚ ਬੁਲਾਇਆ ਗਿਆ ਸੀ, ਏਜੰਡਾ ਉਹਨਾਂ ਦੇ ਕੋਲ ਸੀ, ਉਹਨਾਂ ਨੇ ਹਾਈ ਪਾਵਰਡ ਮੀਟਿੰਗ ਅਟੈਂਡ ਨਹੀਂ ਕੀਤੀ। ਦੂਜੀ ਮੀਟਿੰਗ ਦੇ ਵਿੱਚ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਭੇਜ ਦਿੱਤਾ। ਵਿਦਆਊਟ ਮਿੰਟਸ ਪੜ੍ਹੇ ਹੋ ਅਗਰ ਤੁਸੀਂ ਮੀਟਿੰਗ ਦੇ ਵਿੱਚ ਜਾਂਦੇ ਆ ਔਰ ਫਿਰ ਕਹਿੰਦੇ ਆ ਕਿ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਐਕਟ ਦੇ ਵਿੱਚ ਕੀ ਲਿਖਿਆ ਗਿਆ। ਇਹਦਾ ਮਤਲਬ ਦੇ ਡੋਂਟ ਡਿਜ਼ਰਵ ਟੂ ਬੀ ਮਿਨਿਸਟਰਸ, ਮੈਂਬਰ ਪਾਰਲੀਮੈਂਟਸ ਔਰ ਇਲੈਕਟਡ ਰਿਪਰੈਜ਼ੈਂਟੇਟਿਵਸ। ਔਰ ਅਕਾਲੀ ਦਲ ਜਿਹੜੀ ਸਰਕਾਰ ਹੈਗੀ ਆ, ਅਕਾਲੀ ਸਰਕਾਰ ਜਿਹੜੀ ਪੰਜਾਬ ਦੀ ਹੈਗੀ ਆ, ਸੁਖਬੀਰ ਬਾਦਲ ਹੋਣੀ ਆ, ਇਹ ਦੇ ਆਰ ਸ਼ੈਡਿੰਗ ਕ੍ਰੋਕੋਡਾਈਲ ਟੇਅਰਸ, ਮਗਰਮੱਛ ਤੇ ਹੰਝੂ ਬਹਾ ਰਹੇ ਆ। ਲੋਕਾਂ ਨੂੰ ਪਹਿਲਾਂ ਇਹ ਕਹਿੰਦੇ ਸੀ ਵੀ ਤੁਹਾਡੀ ਇਨਕਮ ਦੁੱਗਣੀ ਹੋ ਜਾਣੀ ਆ ਜੇ ਇਹ ਐਕਟ ਆ ਜਾਂਦਾ ਆ, ਪਰ ਜਦੋਂ ਹੁਣ ਉਹਨਾਂ ਨੇ ਕਿਸਾਨਾਂ ਨੂੰ ਜਿਹੜਾ ਟ੍ਰੈਡੀਸ਼ਨਲ ਵੋਟ ਬੈਂਕ ਦੇਖ ਕੇ ਆਪਣਾ ਇਹ ਖੁਸ਼ ਰਿਹਾ ਅਗਲੀ ਇਲੈਕਸ਼ਨ ਅਸੀਂ ਹਾਰ ਜਾਾਂਗੇ, ਯਕਾ ਜਿਹੜੀ ਹਰਸਿਮਰਤ ਬਾਦਲ ਹੈ ਉਹਨੇ ਅਸਤੀਫਾ ਦੇ ਦਿੱਤਾ। ਚੰਗਾ ਤਾਂ ਇਹ ਹੁੰਦਾ ਉਹ ਆਪਣੀ ਐਮਪੀਸ਼ਿਪ ਤੋਂ ਵੀ ਅਸਤੀਫਾ ਦੇ ਦਿੰਦੀ, ਨਾਲ ਉਹਦਾ ਘਰ ਵਾਲਾ ਦਿੰਦਾ। ਦੁਬਾਰਾ ਲੋਕਾਂ ਦੀ ਕਚਹਿਰੀ 'ਚ ਆਉਣ, ਫਿਰ ਜਿੱਤ ਕੇ ਦਿਖਾ ਲੈਣ, ਫਿਰ ਮੰਨਾਂਗੇ ਕਿ ਉਹ ਪਪੂਲਰ ਲੀਡਰ ਆ ਕਿਸਾਨਾਂ ਦੇ। ਸੋ ਉਹ ਆਪਣਾ ਆਧਾਰ ਖੋ ਚੁੱਕੇ ਆ। ਹੁਣ ਕਹਿੰਦੇ ਆ, ਅਕਾਲੀ ਦਲ ਕਹਿ ਰਿਹਾ ਜੀ 25 ਤਰੀਕ ਨੂੰ ਅਸੀਂ ਚੱਕਾ ਜਾਮ ਕਰਾਂਗੇ। ਚੱਕਾ ਜਾਮ ਤਾਂ ਆਲਰੇਡੀ ਆ, ਟ੍ਰੇਨਾਂ ਮੰਨਦੇ ਆ, ਉਹਨਾਂ ਨੇ ਕਿਹੜਾ ਚੱਕਾ ਜਾਮ ਕਰਨਾ? ਜੇ ਉਹਨਾਂ ਨੇ ਆਪਣਾ ਸਟਰੈਂਥ ਦੇਖਣੀ ਆ, ਉਹ ਕੋਈ ਇੱਕ ਅੱਧਾ ਦਿਨ ਹੋਰ ਮਿੱਥ ਕੇ ਆਪਣਾ ਸ਼ੋਅ ਆਫ ਸਟਰੈਂਥ ਕਰ ਸਕਦੇ ਆ। ਸੋ ਲੋਕਾਂ ਨੂੰ ਇਹ ਅਵੇਅਰ ਕਰਨਾ ਕਿ ਦੋਨੋਂ ਜਿਹੜੀਆਂ ਪਾਰਟੀਜ਼ ਆ, ਰੂਲਿੰਗ ਸੈਂਟਰ ਦੀ ਗਵਰਨਮੈਂਟ, ਭਾਈਵਾਲ ਉਹਨਾਂ ਦੀ ਅਕਾਲੀ ਸਰਕਾਰ ਔਰ ਜਿਹੜੀ ਲੋਕਲ ਜਿਹੜੀ ਕਾਂਗਰਸ ਸਰਕਾਰ ਆ, ਕੈਪਟਨ ਸਾਹਿਬ ਆਪਣੇ ਮਹਿਲ ਦੇ ਵਿੱਚ ਬੈਠੇ ਆ, ਉਹਨਾਂ ਨੂੰ ਪੋਪੂਲਰ ਜਿਹੜੀ ਉਹਨਾਂ ਦੀ ਪਲਸ ਨਹੀਂ ਪਤਾ। ਮੈਨੂੰ ਐਂ ਲੱਗਦਾ ਵੀ ਉਹਨਾਂ ਨੂੰ ਆਉਣ ਵਾਲਾ ਟਾਈਮ ਜਿਹੜਾ ਬਹੁਤ ਮਾੜਾ ਦਿਸ ਰਿਹਾ। ਇਸ ਕਰਕੇ ਹੁਣ ਕਾਂਗਰਸੀ ਐਮਪੀਆਂ ਨੇ ਜਿਹੜੇ ਪਹਿਲਾਂ ਕਦੀ ਨਹੀਂ ਸੀ ਬੋਲੇ, ਉਹ ਕਦੀ ਕੈਂਡਲ ਲੈ ਕੇ ਜਾਂਦੇ ਆ। ਬਟ ਇਹ ਮੈਂ ਫਿਰ ਉਹੀ ਗੱਲ ਕਹਿਣਾ, ਇਟਸ ਆਲ ਕ੍ਰੋਕੋਡਾਈਲ ਟੀਅਰਸ। ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਮੰਗਾਂ ਦੇ ਨਾਲ ਪਹਿਲਾਂ ਵੀ ਖੜੀ ਸੀ, ਹੁਣ ਵੀ ਖੜੀ ਆ। ਤੁਹਾਨੂੰ ਕੀ ਲੱਗਦਾ ਸਰਕਾਰ ਇਹੋ ਜਿਹਾ ਧੱਕਾ ਕਾਹਤੋਂ ਕਰ ਰਹੀ ਹੈ? ਦੇਖੋ, ਇੱਦਾਂ ਆ ਕਿ ਈਸਟ ਇੰਡੀਆ ਕੰਪਨੀ ਆਈ ਸੀਗੀ। ਈਸਟ ਇੰਡੀਆ ਕੰਪਨੀ ਇੱਕ ਟਰੇਡਰ ਕੰਪਨੀ ਬਣ ਕੇ ਆਈ ਸੀ ਔਰ ਇੰਡੀਆ ਦੇ ਉੱਤੇ ਰੂਲ ਕਰਨਾ ਸ਼ੁਰੂ ਕਰ ਦਿੱਤਾ ਸੀ। ਅੱਜ ਦੀ ਤਰੀਕ ਦੇ ਵਿੱਚ ਵੀ ਤੁਸੀਂ ਮੰਨੋ ਨਾ ਮੰਨੋ, ਕੁਝ ਕਾਰਪੋਰੇਟ ਘਰਾਣੇ ਜਿਹੜੇ ਆ ਇੰਡੀਆ ਦੇ ਉੱਤੇ ਰੂਲ ਕਰ ਰਹੇ ਆ। ਪੰਜਾਬ ਨੂੰ ਅਦਾਨੀਆਂ ਦੇ ਹਵਾਲੇ ਕਰ ਦਿੱਤਾ ਗਿਆ ਕਿ ਇੱਥੋਂ ਦੀ ਜਿਣਸ ਜਿਹੜੀ ਆ ਅਦਾਨੀ ਖਰੀਦੂਗੇ। ਉਹਨਾਂ ਨੇ ਸੀਲੋਜ਼ ਬਣਾਉਣੇ ਸ਼ੁਰੂ ਕਰ ਦਿੱਤੇ ਆ। ਸੋ ਉਹ ਚਾਹੁੰਦੇ ਆ ਕਿ ਬਹੁਤੇ ਬੰਦਿਆਂ ਤੋਂ ਪੈਸੇ ਲੈਣ ਦੀ ਲੋੜ ਨਹੀਂ, ਉਹ ਕੋਈ ਇੱਕ ਦੋ ਫੈਮਿਲੀ ਦੀ ਇੱਦਾਂ ਦੀਆਂ ਹੋਣ ਜਿਹੜੀਆਂ ਸਾਡੀਆਂ ਅੱਗੇ ਵਾਲੀਆਂ ਜਿਹੜੀਆਂ ਇਲੈਕਸ਼ਨਾਂ ਉਹਨਾਂ ਨੂੰ ਸਪਾਂਸਰ ਕਰਨ। ਬੇਸਿਕਲੀ ਇਹ ਪੈਸੇ ਦਾ ਖੇਲ ਆ। ਸੋ ਬਹੁਤ ਸਾਲਾਂ ਬਾਅਦ ਬੀਜੇਪੀ ਜਿਹੜੀ ਆ ਸੱਤਾ 'ਚ ਆਈ ਆ, ਹੁਣ ਜੇ ਆਈ ਆ ਤਾਂ ਉਹ ਆਪਣਾ ਢਿੱਡ ਭਰਨਾ ਚਾਹੁੰਦੀ ਆ। ਸੋ ਜਿਹੜੀਆਂ ਚੀਜ਼ਾਂ
ਮਤਲਬ ਪੈਟਰੋਲ ਦੇ ਮੁੱਦੇ ਦੇ ਉੱਤੇ ਦੇਖੋ ਕਿੰਨਾ ਰੌਲਾ ਪਾਉਂਦੇ ਹੁੰਦੇ ਸੀ ਮੋਦੀ ਹੁਣੀ, ਹੁਣ ਅੱਜ ਬੋਲਣ ਨੂੰ ਉਹਨਾਂ ਕੋਲ ਵਰਡਸ ਨਹੀਂ ਹੋ। ਵੈਟ ਇੰਨਾ ਜ਼ਿਆਦਾ ਆ, ਪੈਟਰੋਲ ਡੀਜ਼ਲ ਆਲਮੋਸਟ ਹਿਸਟਰੀ ਦੇ ਵਿੱਚ ਪਹਿਲੀ ਵਾਰ ਹੋਇਆ ਵੀ ਪੈਟਰੋਲ ਔਰ ਡੀਜ਼ਲ ਦਾ ਰੇਟ ਬਰਾਬਰ ਹੋ ਗਿਆ। ਸੋ ਇਹ ਅੱਜ ਤੱਕ ਨਾ ਅਸੀਂ ਕਦੀ ਸੋਚਿਆ ਸੀ, ਨਾ ਤੁਸੀਂ ਕਦੀ ਸੋਚਿਆ ਸੀਗਾ। ਸੋ ਮਿਸਰੂਲ ਹੈ। ਸੋ ਹੁਣ ਆਪਣਾ ਵੋਟ ਬੈਂਕ ਖੁੱਸਦਾ ਦੇਖ ਕੇ ਹੁਣ ਉਹ ਕਿਸਾਨਾਂ ਨੂੰ ਭਰਮਾਉਣ ਲੱਗੇ ਆ। ਜਿਹੜੇ ਕਿ ਕਿਸਾਨਾਂ ਦੁਆਰਾ ਚੱਕਾ ਜਾਮ ਹੋ ਰਿਹਾ ਹੈ, ਇਹਦੇ ਕਾਰਨ ਆਮ ਜਨਤਾ ਨੂੰ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ, ਇਹਦੇ ਬਾਰੇ ਕੀ ਕਹੋਗੇ? ਦੇਖੋ ਅਸੀਂ ਜਿਹੜਾ ਅੱਜ ਚੇਨ ਜਿਹੜੀ ਇਹ ਲਾਈ ਆ, ਅਸੀਂ ਲੋਕਾਂ ਨੂੰ, ਸਮੂਹ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਕਿਸਾਨਾਂ ਦੇ ਚੱਕਾ ਜਾਮ 'ਚ ਤੁਸੀਂ ਸ਼ਾਮਲ ਹੋਵੋ। ਪੰਚਾਇਤਾਂ ਮੋਟੀਵੇਟ ਕਰੋ, ਪੰਚਾਇਤਾਂ ਆਪਣਾ ਰੈਜ਼ੋਲੂਸ਼ਨ ਪਾਸ ਕਰਨ। 15 ਤੋਂ 16,000 ਪੰਚਾਇਤਾਂ ਆ। ਅਸੀਂ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਔਰ ਇਹ ਜਿਹੜਾ ਆਰਡੀਨੈਂਸ ਆ ਰੱਦ ਕਰਾ ਕੇ ਰਵਾਂਗੇ। ਫਿਰ ਵੀ ਜਿਹੜੀ ਆਮ ਜਨਤਾ ਨੂੰ ਤਕਲੀਫ ਹੋ ਰਹੀ, ਜਿਨ੍ਹਾਂ ਦੀ ਡੇਲੀ ਲਾਈਫ ਚੱਲਦੀ ਪਈ ਆ, ਦੇਖੋ ਆਮ ਲੋਕਾਂ ਨੂੰ, ਦੇਖੋ ਸਾਡਾ ਜਿਹੜਾ ਅੰਨਦਾਤਾ ਕੌਣ ਹੈ? ਕਿਸਾਨ ਆ। ਸਾਨੂੰ ਰੋਟੀ ਖਿਲਾਉਣ ਵਾਲਾ ਕੌਣ ਹੈ? ਕਿਸਾਨ ਹੈ। ਜੇ ਕਿਸਾਨ ਭੁੱਖਾ ਮਰਦਾ ਆ ਤਾਂ ਮੈਨੂੰ ਐਂ ਲੱਗਦਾ ਜੇ ਇੱਕ ਦਿਨ ਦਾ ਜਿਹੜਾ ਡਿਸਕੰਫਰਟ ਹੈ ਜਿਹੜੇ ਆਮ ਜਨਤਾ, ਵੈਸੇ ਅਸੀਂ ਪਹਿਲਾਂ ਹੀ ਕਹਿੰਦੇ ਆ ਕਿ ਵੀ ਤੁਸੀਂ ਆਪਣਾ ਸੋਚ ਸਮਝ ਕੇ ਪਲਾਨ ਕਰੋ, ਬਟ ਜੇ ਕਿਸਾਨਾਂ ਦੇ ਹੱਕ ਲਈ ਸਾਨੂੰ ਇੱਕ ਦਿਨ ਦਾ ਡਿਸਕੰਫਰਟ ਜਾਂ ਡਿਸਪਲੇਅਰ ਸਹਿਣਾ ਵੀ ਪੈਂਦਾ ਤਾਂ ਇਹਨੂੰ ਮਾਫ ਕਰ ਦੇਣਾ ਚਾਹੀਦਾ, ਕਿਉਂਕਿ ਸਾਡਾ ਜਿਹੜਾ ਫਿਊਚਰ ਆ ਪੰਜਾਬ ਦਾ ਕਿਸਾਨੀ ਦੇ ਨਾਲ ਲਿੰਕਡ ਆ। ਸੋ ਆਉਣ ਵਾਲਾ ਟਾਈਮ ਜਿਹੜਾ ਸਾਡਾ ਇਹਦੇ ਉੱਤੇ ਮੈਟਰ ਕਰਦਾ। ਇਸ ਕਰਕੇ ਅਸੀਂ ਆਮ ਜਨਤਾ ਨੂੰ ਵੀ ਅਪੀਲ ਕਰਦੇ ਹਾਂ ਵੀ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜੇ ਹੋਵੋ। ਕਿਸਾਨਾਂ ਵੱਲੋਂ ਸਰਕਾਰ ਤੋਂ ਕੀ ਮੰਗ ਕਰਦੇ ਹੋ? ਸਿੰਪਲ ਇੱਕੋ ਹੀ ਚੀਜ਼ ਆ ਵੀ ਸਾਨੂੰ ਇਹ ਆਰਡੀਨੈਂਸ ਨਹੀਂ ਚਾਹੀਦਾ। ਜਿਹੜਾ ਪੁਰਾਣਾ ਸਿਸਟਮ ਆ, ਮੰਡੀ ਵਾਲਾ ਸਿਸਟਮ ਆ, ਆੜ੍ਹਤੀਏ ਵਾਲਾ ਸਿਸਟਮ ਆ। ਦੇਖੋ ਆੜ੍ਹਤੀਏ ਦਾ ਤਾਂ ਕਿਸਾਨ ਦਾ 9 ਮਾਸ ਦਾ ਰਿਸ਼ਤਾ ਆ। ਪਿੰਡਾਂ ਦੇ ਵਿੱਚ ਜਿਹੜਾ ਬੈਂਕ ਆ, ਆੜ੍ਹਤੀਆ ਕਿਸਾਨਾਂ ਦੀ ਬੈਂਕ ਆ। ਜਦੋਂ ਸਿੱਧੀ ਖਰੀਦ ਕਾਰਪੋਰੇਟ ਘਰਾਣੇ ਪਿੰਡਾਂ ਦੇ ਵਿੱਚ ਆਣ ਕੇ ਕਰਨ ਲੱਗ ਪਏ ਜਾਂ ਠੇਕੇ ਤੇ 20-30 ਹਜ਼ਾਰ ਏਕੜ ਜ਼ਮੀਨ ਦਾ ਲੈਣ ਲੱਗ ਪਏ, ਸੋ ਹੁਣ ਇਹ ਵੱਡੇ ਕਾਰਪੋਰੇਟ ਹਾਊਸਿਸ ਨੂੰ ਇਹ ਲੱਗਦਾ ਕਿ ਇਨਕਮ ਟੈਕਸ ਤੇ ਟੈਕਸਸ ਬਚਾਉਣ ਦਾ ਇੱਕੋ ਹੀ ਤਰੀਕਾ ਇਹ ਕਿਸਾਨੀ। ਸੋ ਦੈਟਸ ਵਾਈ ਦੇ ਆਰ ਵੈਂਚਰਿੰਗ ਇਨਟੂ ਐਗਰੀਕਲਚਰ। ਸੋ ਜਿਹੜਾ ਕਿ ਬਹੁਤ ਮਾੜਾ ਹੋਊਗਾ ਕੰਟਰੀ ਲਈ। ਸੋ ਜਿਹੜਾ 85% ਜਿਹੜਾ ਕਿਸਾਨ ਆ ਉਹਦੀ ਜਿਹੜੀ ਲੈਂਡ ਹੋਲਡਿੰਗ 5 ਏਕੜ ਤੋਂ ਘੱਟ ਆ, 65% ਕਿਸਾਨ ਦੀ ਲੈਂਡ ਹੋਲਡਿੰਗ 2.5 ਏਕੜ ਤੋਂ ਘੱਟ ਆ। ਹੁਣ ਨਵੇਂ ਐਕਟ ਦੇ ਵਿੱਚ ਈ-ਕਮਰਸ ਲਿਖਿਆ ਆ ਕਿ ਤੁਸੀਂ ਆਪਣਾ ਆਨਲਾਈਨ ਵੇਚੋ। ਹੁਣ 2.5 ਏਕੜ ਵਾਲਾ ਕਿਸਾਨ ਕਿੰਨੀ ਫਸਲ ਲਗਾਊਗਾ ਤਾਂ ਕਿੱਥੇ ਵੇਚੂਗਾ? ਸੋ ਇਹ ਸੋਚਣ ਵਾਲੀ ਗੱਲ ਆ। ਸੋ ਬੇਸਿਕਲੀ ਇਟਸ ਅ ਡਰੈਕੋਨੀਅਨ ਲਾਅ। ਬਹੁਤ ਗਲਤ ਤਰੀਕੇ ਨਾਲ ਪਾਸ ਕੀਤਾ ਗਿਆ। ਡਿਵੀਜ਼ਨ ਆਫ ਵੋਟ ਨਹੀਂ ਕਰਾਈ ਗਈ ਰਾਜ ਸਭਾ 'ਚ, ਜਿਹੜੀ ਬਹੁਤ ਮੰਦਭਾਗੀ ਗੱਲ ਆ। ਅਸੀਂ ਕੀਤੀ ਹੈ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲੋਂ ਗੱਲਬਾਤ, ਜਿਨ੍ਹਾਂ ਦਾ ਕਹਿਣਾ ਇਹ ਹੈ ਕਿ ਸਰਕਾਰ ਸਰਾਸਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਜਿਹੜੇ ਕਿ ਨਵੀਂ ਨੀਤੀਆਂ ਲਿਆਈ ਹਨ। ਇਹ ਅਪੀਲ ਕਰਦੇ ਆ ਆਮ ਜਨਤਾ ਤੋਂ ਕਿ ਸਾਡੀ ਸਪੋਰਟ ਵਿੱਚ ਆਣ, ਕਿਸਾਨਾਂ ਦੀ ਸਪੋਰਟ ਵਿੱਚ ਆਣ। ਮੈਂ ਅਭਿਨਵ, ਕੈਮਰਾਮੈਨ ਚਿਰਾਗ ਦੇ ਨਾਲ ਸਾਂਝਾ ਮੁੱਦਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਜੀ? ਮੈਂ ਤੁਹਾਡਾ ਆਪਣਾ ਦਲਵਿੰਦਰ ਦਿਆਲਪੁਰੀ। ਸਾਂਝਾ ਮੁੱਦਾ, ਹੱਕ ਸੱਚ ਦਾ ਸਾਂਝਾ ਮਹਾਜ਼। ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਕਮੈਂਟ ਕਰੋ ਔਰ ਵੱਧ ਤੋਂ ਵੱਧ ਇਹਨੂੰ ਸਬਸਕ੍ਰਾਈਬ ਕਰੋ, ਕਿਉਂਕਿ ਦੇਖੋ ਸਾਂਝਾ ਮੁੱਦਾ।